ਕਿਸਾਨ ਤੇ ਮਜ਼ਦੂਰ ਭਰਾਓ, ਮੈਂ ਕੁਲਵੰਤ ਸਿੰਘ ਕਿਸ਼ਨਗੜ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕਰ ਰਹੇ ਨੇ। ਕੁਝ ਮਸਲਿਆਂ ਦੇ ਉੱਤੇ ਜਿਹੜਾ ਖਾਸ ਕਰਕੇ ਆਬਾਦਕਾਰ ਕਿਸਾਨਾਂ ਦਾ ਮਸਲਾ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਕੁਲਰੀਆਂ ਨਾਲ ਸੰਬੰਧਿਤ ਹੈ, ਉਸ ਦੇ ਕੁਝ ਤੱਥ ਅਤੇ ਸੰਘਰਸ਼ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨਾ ਚਾਹੁੰਦਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਇਹ ਮਸਲਾ ਅੱਜ ਤੋਂ 10 ਮਹੀਨੇ ਪਹਿਲਾਂ ਉਸ ਸਮੇਂ ਆਪਣੇ ਹੱਥ ਦੇ ਵਿੱਚ ਲਿਆ ਸੀ, ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਤੋਂ ਜ਼ਮੀਨਾਂ ਹਥਿਆਉਣ ਲਈ ਇੱਕ ਮੁਹਿੰਮ ਵਿੱਢੀ ਸੀ। ਧਨਾਢਾਂ ਤੋਂ ਅਤੇ ਸਰਕਾਰੀ ਜਾਂ ਪੰਚਾਇਤੀ ਜਾਂ ਹੋਰ ਸਾਂਝੀਆਂ ਜ਼ਮੀਨਾਂ ਛਡਵਾ ਕੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਸ਼ਾਮਲ ਕਰਨਾ ਅਤੇ ਆਮਦਨ ਦੇ ਵਿੱਚ ਵਾਧਾ ਕਰਨਾ, ਉਸ ਨੂੰ ਲੈ ਕੇ ਉਸ ਦੇ ਨਾਂ ਦੇ ਥੱਲੇ ਕੁਝ ਕਾਸ਼ਤਕਾਰ, ਛੋਟੇ ਕਿਸਾਨ ਜਾਂ ਹੋਰ ਕਈ ਕਿਸਮ ਦੀਆਂ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਜੱਦੀ ਪੁਸ਼ਤੀ ਹੱਕ ਕਾਸ਼ਤਕਾਰ ਕਿਸਾਨਾਂ ਦਾ, ਆਬਾਦਕਾਰ ਕਿਸਾਨਾਂ ਦਾ ਹੈ, ਉਹਦੇ ਉੱਤੇ ਵੀ ਹਮਲੇ ਵਿੱਢ ਦਿੱਤੇ ਗਏ। ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਪਿੰਡ ਕੁਲਰੀਆਂ, ਜਿੱਥੇ ਕਾਫੀ ਕਰੀਬ 2200 ਕਨਾਲ ਜ਼ਮੀਨ ਜੁਮਲਾ ਮੁਸ਼ਤਰਕਾ ਮਾਲਕਣ ਅਤੇ ਪੰਚਾਇਤੀ ਅੱਡ-ਅੱਡ ਕਿਸਮ ਦੀ ਜ਼ਮੀਨ ਉਸ ਪਿੰਡ ਦੇ ਵਿੱਚ ਮੌਜੂਦ ਸੀ ਤੇ ਮੌਜੂਦ ਹੈ। ਉਸ ਜ਼ਮੀਨ ਦੇ ਵਿੱਚੋਂ ਉਸ ਸਮੇਂ 1962 ਦੇ ਵਿੱਚ ਹੋਈ ਮਰੱਬੇਬੰਦੀ ਤੋਂ ਬਾਅਦ ਕਿਸਾਨਾਂ ਦੀ ਕਮੀ ਪੇਸ਼ੀ ਪੂਰੀ ਕਰਨ ਲਈ ਕਿਸਾਨਾਂ ਵੱਲੋਂ ਪਾਈਆਂ ਹੋਈਆਂ ਅਪੀਲਾਂ ਦੇ ਨਿਪਟਾਰੇ ਦੇ ਤਹਿਤ ਚੱਕਬੰਦੀ ਵਿਭਾਗ ਦੇ ਵੱਲੋਂ 1967 ਦੇ ਵਿੱਚ 399 ਕਨਾਲ 18 ਮਰਲੇ ਜ਼ਮੀਨ ਕਿਸਾਨਾਂ ਨੂੰ ਮੁੜ ਕੇ ਬਚਤ ਦੇ ਵਿੱਚੋਂ, ਜੁਮਲਾ ਮਾਲਕਣ ਦੇ ਵਿੱਚੋਂ ਉਹਨਾਂ ਦੇ ਟੱਕਾਂ ਦੇ ਵਿੱਚ ਤਕਸੀਮ ਕਰਕੇ ਉਹਨਾਂ ਨੂੰ ਵਾਪਸ ਵੰਡ ਦਿੱਤੀ ਗਈ। ਉਸ ਸਮੇਂ ਤੋਂ ਲੈ ਕੇ ਹੀ ਜਿਹੜੇ ਪਿੰਡ ਕੁਲਰੀਆਂ ਦੇ ਕਿਸਾਨ ਨੇ ਉਹ ਜ਼ਮੀਨ ਨੂੰ ਵਾਹੁੰਦੇ ਆ ਰਹੇ ਨੇ, ਬੀਜਦੇ ਆ ਰਹੇ ਨੇ ਅਤੇ ਕਾਸ਼ਤ ਕਰਦੇ ਆ ਰਹੇ ਨੇ। ਉਹ ਕਿਸਾਨਾਂ ਦੀ ਜ਼ਮੀਨ ਉਹਨਾਂ ਦੀ ਪੁਰਾਣੀ ਮਾਲਕੀ ਦੇ ਅਨੁਪਾਤ ਵਿੱਚ ਵੰਡੀ ਗਈ। ਜੁਮਲਾ ਮਾਲਕਣ ਦੀ 2200 ਕਨਾਲ ਦੇ ਵਿੱਚੋਂ 399 ਕਨਾਲ ਜ਼ਮੀਨ ਤਕਸੀਮ ਕੀਤੀ ਗਈ। ਉਸ ਤਕਸੀਮ ਅਨੁਸਾਰ ਕਿਸੇ ਨੂੰ 3 ਕਨਾਲ, ਕਿਸੇ ਨੂੰ 4 ਕਨਾਲ, ਕਿਸੇ ਨੂੰ ਵੱਧ ਤੋਂ ਵੱਧ 5 ਕਨਾਲ 18 ਮਰਲੇ ਇੱਕ ਪਰਿਵਾਰ ਦੇ ਜਾਂ ਇੱਕ ਮਾਲਕੀ ਦਾ ਜੋ ਪਰਿਵਾਰ ਦੀ ਇਕਾਈ ਸੀ ਉਸ ਦੇ ਹਿੱਸੇ ਆਈ। ਮਰੱਬਾਬੰਦੀ ਵਿਭਾਗ ਨੇ ਖੁਦ ਤਕਸੀਮ ਕਰਕੇ ਨਿਸ਼ਾਨਦੇਹੀ ਦੇ ਕੇ ਲੋਕਾਂ ਨੂੰ ਕਬਜ਼ੇ ਸੰਭਾਲੇ। ਉਹਨਾਂ ਨੂੰ ਮਰੱਬਾਬੰਦੀ ਵਿਭਾਗ ਦੀਆਂ ਪਾਸ ਬੁੱਕਾਂ ਜਿਹੜੀਆਂ ਮਹਿਕਮੇ ਨੇ ਜਾਰੀ ਕੀਤੀਆਂ ਉਹਦੇ ਵਿੱਚ ਇਹ ਜ਼ਮੀਨ ਐਡ ਵੀ ਕਰ ਦਿੱਤੀ ਗਈ। ਪਰ ਉੱਥੋਂ ਦੀ ਗ੍ਰਾਮ ਪੰਚਾਇਤ ਉਸ ਸਮੇਂ ਦੇ ਸਰਪੰਚ ਨਿਰੰਜਨ ਸਿੰਘ ਅਤੇ ਪੰਚਾਇਤ ਸਕੱਤਰ ਸਰਦਾਰ ਪ੍ਰੀਤਮ ਸਿੰਘ, ਜਿਹੜੇ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਪ੍ਰੀਤਮ ਸਿੰਘ ਇੱਕ ਮਸ਼ਹੂਰ ਮਹਿਕਮੇ ਦੇ ਜਾਣਕਾਰ, ਅਸੂਲਾਂ ਦੇ, ਕਾਨੂੰਨਾਂ ਦੇ ਮਾਹਰ ਦੇ ਵਜੋਂ ਇਲਾਕੇ ਦੇ ਜਾਣੀ ਪਛਾਣੀ ਸ਼ਖਸੀਅਤ ਸਨ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਇਲਾਕੇ ਦੇ ਵਿੱਚ ਪੰਚਾਇਤ ਸਕੱਤਰ ਦੇ ਤੌਰ 'ਤੇ ਸੇਵਾ ਨਿਭਾਈ। ਤਾਂ ਉਸ ਸਮੇਂ ਉਹਨਾਂ ਨੇ ਬਹੁਤ ਸਾਰੇ ਇਹ ਮਰੱਬੇਬੰਦੀ ਵਿਭਾਗ ਦੇ ਫੈਸਲਿਆਂ ਨੂੰ ਪੰਚਾਇਤ ਦੀ ਕਾਰਵਾਈ ਦੇ ਵਿੱਚ ਦਰਜ ਕੀਤਾ। ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਦੇ ਇਕੱਠ ਦੇ ਵਿੱਚ ਮਤੇ ਪਾਏ ਗਏ, ਜਿਨ੍ਹਾਂ ਦਾ ਹਵਾਲਾ ਸਾਡੇ ਕੋਲੇ ਹੈ। ਇਸ ਜ਼ਮੀਨ ਨੂੰ ਬਾਰ-ਬਾਰ ਪੰਚਾਇਤੀ ਜ਼ਮੀਨ ਕਹਿ ਕੇ ਕਿਸਾਨਾਂ ਤੋਂ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਆ ਮੇਰੇ ਕੋਲ 1969 ਦੀ ਜਮ੍ਹਾਂਬੰਦੀ ਹੈ। 62-63 ਤੋਂ ਲੈ ਕੇ 62 ਦੇ ਵਿੱਚ ਮਰੱਬਾਬੰਦੀ ਹੁੰਦੀ ਹੈ, ਉਸ ਤੋਂ ਬਾਅਦ 69 ਤੱਕ ਇਹ ਜ਼ਮੀਨ ਜੁਮਲਾ ਮੁਸ਼ਤਰਕਾ ਮਾਲਕਣ ਹੈ, ਜਿਹਦੇ ਵਿੱਚੋਂ 399 ਕਨਾਲ 18 ਮਰਲੇ ਜ਼ਮੀਨ ਹੈ। 399 ਕਨਾਲ 18 ਮਰਲੇ ਦਾ ਇਹ ਰਕਬਾ ਹੈ। ਇਹ ਕਿਸਾਨਾਂ ਨੂੰ ਤਕਸੀਮ ਕੀਤੀ ਗਈ। 3-3 ਕਨਾਲ ਤੋਂ ਲੈ ਕੇ ਵੱਧ ਤੋਂ ਵੱਧ 5 ਕਨਾਲ 18 ਮਰਲੇ 6 ਕਨਾਲ ਤੱਕ ਜ਼ਮੀਨ ਲੋਕਾਂ ਨੂੰ ਹਿੱਸੇ ਦੇ ਵਿੱਚ ਉਹਨਾਂ ਦੀ ਮਾਲਕੀ ਦੇ ਅਨੁਪਾਤ ਦੇ ਅਨੁਸਾਰ ਆਈ। ਤਾਂ ਇਸ ਜ਼ਮੀਨ ਨੂੰ ਬਾਕੀ ਜਿਹੜੀ 2200 ਕਨਾਲ ਦੇ ਵਿੱਚੋਂ ਕੱਢ ਕੇ ਜਿਹੜੀ ਕਾਮਨ ਪਰਪਸ ਦੀ ਲੈਂਡ ਸੀ, ਜਿਹੜੇ ਵਿੱਚ ਰਸਤੇ ਆ ਗਏ, ਖਾਲ ਆ ਗਏ, ਪਈਆਂ ਆ ਗਈਆਂ ਤੇ ਸ਼ਾਮਲਾਤ ਤੇ ਪੰਚਾਇਤ ਦੀ ਮਾਲਕੀ ਵਾਲੀ ਜੋ ਪੰਚਾਇਤ ਨੂੰ ਬੋਲੀ ਚਕੋਤੇ ਤੇ ਦੇਣ ਵਾਸਤੇ
ਰੈਜੋਲੂਸ਼ਨ ਪਾ ਕੇ ਮਰੱਬੇਬੰਦੀ ਵਿਭਾਗ ਤੇ ਪਿੰਡ ਦੇ ਲੋਕਾਂ ਨੇ ਸੌਂਪੀ। ਉਹ 1400 ਕਨਾਲ ਜ਼ਮੀਨ ਸੌਂਪੀ। 1400 ਕਨਾਲ ਜ਼ਮੀਨ ਦੇ ਨਾਲ ਜਦੋਂ ਇੱਕ ਇੰਤਕਾਲ ਜੁਮਲਾ ਮਾਲਕਣ ਦੇ ਵਿੱਚੋਂ 6690 ਨੰਬਰ ਇੰਤਕਾਲ ਤੇ 6691 ਦੇ ਵਿੱਚ 1200 ਕਨਾਲ ਹੈ ਜਿਹੜੀ ਉਹ ਪੰਚਾਇਤ ਨੂੰ ਮਾਲਕੀ ਦੇ ਦਿੱਤੀ ਗਈ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਦੀਆਂ ਹਦਾਇਤਾਂ ਦੇ ਉੱਤੇ, ਉਹਨਾਂ ਦੇ ਹੁਕਮ ਦੇ ਅਨੁਸਾਰ ਇੰਤਕਾਲ ਚੜਾ ਕੇ। ਪਰ ਇਹ 399 ਕਨਾਲ 18 ਮਰਲੇ ਜ਼ਮੀਨ ਜੋ ਕਿਸਾਨਾਂ ਨੂੰ ਤਕਸੀਮ ਕੀਤੀ ਗਈ ਸੀ, ਉਹਨਾਂ ਨੇ ਆਪਣੀ ਕਮੀ ਪੇਸ਼ੀ ਮਰੱਬੇਬੰਦੀ ਵਿਭਾਗ ਤੋਂ ਚਾਰਾਜੋਈ ਕਰਕੇ ਪੂਰੀ ਕਰਵਾਈ ਸੀ। ਇਹ ਇਹਨਾਂ ਇੰਤਕਾਲਾਂ ਤੋਂ ਬਾਹਰ ਸੀ। ਪਰੰਤੂ 1970 ਦੇ ਵਿੱਚ ਜੋ 4 ਸਾਲਾ ਬਣਿਆ ਜਮ੍ਹਾਂਬੰਦੀ 4 ਸਾਲਾਂ ਦੇ ਵਿੱਚ ਇਹ ਗਲਤ ਅੰਦਰਾਜ਼ ਪਟਵਾਰੀ ਨੇ ਕਰ ਦਿੱਤਾ ਕਿ ਜ਼ਮੀਨ 1200 ਦੀ ਕਨਾਲ ਦੀ ਬਜਾਏ 399 ਕਨਾਲ ਐਡ ਕਰਕੇ ਸਾਰੀ ਦੀ ਸਾਰੀ ਪੰਚਾਇਤ ਦੇ ਖਾਤੇ ਦੇ ਵਿੱਚ ਦਰਜ ਕਰ ਦਿੱਤੀ ਗਈ, ਜੋ ਕਿ ਗਲਤ ਤੌਰ ਤੇ ਦਰਜ ਹੋਈ। ਪਰੰਤੂ ਉਸੇ ਸਮੇਂ ਤੋਂ ਲੈ ਕੇ ਜਿਹੜੀ ਜ਼ਮੀਨ ਖੜੀ ਸੀ, ਸੇਮ ਸੀ, ਘੱਗਰ ਦੀ ਮਾਰ ਸੀ ਅਤੇ ਉਸ ਤੋਂ ਬਾਅਦ ਕਿਸਾਨਾਂ ਨੇ ਆਬਾਦ ਕੀਤੀ, ਕਈ ਟਿੱਬੇ ਵੀ ਕਰਾਹੇ ਤੇ ਖੜੀ ਜ਼ਮੀਨ ਨੂੰ ਚਾਲੂ ਕਰਕੇ ਜਰਖੇਜ਼ ਬਣਾਇਆ ਤੇ ਪੁਸ਼ਤ ਦਾ ਪੁਸ਼ਤ 57 ਸਾਲਾਂ ਤੋਂ ਜ਼ਮੀਨ ਕਿਸਾਨ ਨੇ ਅੱਜ ਤੱਕ ਵਾਹੁੰਦੇ ਆ ਰਹੇ ਨੇ। ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜਿਹੜੀ ਬਦਲਾਅ ਦੇ ਨਾਂ ਤੇ ਹੋਂਦ ਦੇ ਵਿੱਚ ਆਈ, ਉਸ ਨੇ ਜਦੋਂ ਕਿਸਾਨਾਂ ਤੋਂ ਇਹ ਜ਼ਮੀਨਾਂ ਹਥਿਆਉਣ ਵਾਸਤੇ, ਸਾਂਝੀਆਂ ਜ਼ਮੀਨਾਂ ਕਿਸਾਨਾਂ ਤੋਂ ਵਾਪਸ ਲੈਣ ਵਾਸਤੇ ਮੁਹਿੰਮ ਵਿੱਢੀ ਤਾਂ ਇਹ ਜ਼ਮੀਨ ਨੂੰ ਵਿੱਚ ਸ਼ਾਮਲ ਕਰ ਦਿੱਤਾ ਗਿਆ। ਉੱਥੋਂ ਦੇ ਪੰਚਾਇਤ ਸਰਪੰਚ ਉਹਨਾਂ ਨੇ, ਪੰਚਾਇਤ ਇੱਕ ਕਾਨੂੰਨੀ ਸੰਸਥਾ ਹੈ, ਸਰਕਾਰ ਦਾ ਅੰਗ ਹੈ। ਜੇ ਇਸ ਨੇ ਕੋਈ ਜ਼ਮੀਨ ਲੈਣੀ ਹੈ, ਦੇਣੀ ਹੈ ਜਾਂ ਕਿਸੇ ਦਾ ਕਬਜ਼ਾ ਲੈਣਾ ਤਾਂ ਇਸ ਨੂੰ ਕਾਨੂੰਨੀ ਪ੍ਰਕਿਰਿਆ ਲੀਗਲ ਤੌਰ ਤੇ ਕਰਨ ਦਾ ਅਖਤਿਆਰ ਹੈ। ਪਰੰਤੂ ਇੱਥੇ ਹੋਇਆ ਅਜਿਹਾ ਬਿਨਾਂ ਕਿਸੇ ਕਿਸਾਨਾਂ ਨੂੰ ਨੋਟਿਸ ਦਿੱਤਿਆਂ। ਜੇ ਕਿਸਾਨਾਂ ਤੋਂ ਕਬਜ਼ਾ ਵਾਪਸ ਵੀ ਪੰਚਾਇਤ ਲੈਣਾ ਚਾਹੁੰਦੀ ਤਾਂ ਉਹਨਾਂ ਨੂੰ ਸੈਕਸ਼ਨ 7 ਦੇ ਵਿੱਚ ਨੋਟਿਸ ਜ਼ਰੂਰੀ ਜਾਰੀ ਕਰਨੇ ਚਾਹੀਦੇ ਸੀ। DDPO ਦੇ ਵੱਲੋਂ ਬਤੌਰ ਕਲੈਕਟਰ ਜਾਂ ADC ਵੱਲੋਂ ਬਤੌਰ ਕਲੈਕਟਰ ਕਿਸਾਨਾਂ ਦਾ ਪੱਖ ਸੁਣ ਕੇ ਫਿਰ ਫੈਸਲਾ ਕਿਸੇ ਵੀ ਧਿਰ ਦੇ ਵਿੱਚ ਹੱਕ ਦੇ ਵਿੱਚ ਕੀਤਾ ਜਾ ਸਕਦਾ ਸੀ ਤੇ ਉਸ ਤੋਂ ਬਾਅਦ ਕਬਜ਼ਾ ਵਾਰੰਟ ਜਾਰੀ ਕਰਕੇ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਜੇ ਸਰਕਾਰ ਕਿਸਾਨਾਂ ਤੋਂ ਜ਼ਮੀਨ ਕਬਜ਼ਾ ਵਾਰੰਟ ਲੈ ਕੇ ਲੈਣਾ ਚਾਹੁੰਦੀ ਤਾਂ ਥੋੜੀ ਮੋਟੀ ਗੱਲ ਹੈ ਜਿਹੜੀ ਉਹ ਸਮਝ ਦੇ ਵਿੱਚ ਆਉਂਦੀ ਸੀ। ਪਰੰਤੂ ਇੱਥੇ ਹੋਇਆ ਅਜਿਹਾ, ਸਰਪੰਚ ਰਾਜਵੀਰ ਨੇ ਭੂ ਮਾਫੀਆ ਨਾਲ ਮਿਲ ਕੇ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਸਿੱਧਾ ਹਮਲਾ ਵਿੱਢ ਦਿੱਤਾ। ਉਸ ਪੁਲਿਸ ਪ੍ਰਸ਼ਾਸਨ ਸਿਆਸੀ ਸ਼ਹਿ ਦੇ ਉੱਤੇ ਉਸ ਦੇ ਨਾਲ ਇੱਕਮਿਕ ਹੋ ਕੇ ਸਿੱਧੇ ਤੌਰ ਤੇ ਬਿਨਾਂ ਨਿਸ਼ਾਨਦੇਹੀ ਕਰਕੇ ਸਿਰਫ ਪਮਾਇਸ਼ ਕੀਤੀ ਗਈ ਜ਼ਮੀਨ ਦੀ ਵੀ ਇਹ ਜ਼ਮੀਨ ਕਿੱਥੇ ਕਿੱਥੇ ਹੈ। ਕਿਸਾਨਾਂ ਤੋਂ ਕਬਜ਼ਾ ਲੈਣ ਵਾਸਤੇ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ, ਨਾ ਨੋਟਿਸ, ਨਾ ਕੋਈ ਕਬਜ਼ਾ ਕਾਰਵਾਈ ਵਾਰੰਟ, ਨਾ ਕੋਈ ਹੋਰ ਇਹੋ ਜਿਹਾ ਕਾਰਵਾਈ ਨਹੀਂ ਕੀਤੀ। ਸਿੱਧੀ ਪੁਲਿਸ ਦੇ ਮਦਦ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਖਦੇੜਨਾ ਸ਼ੁਰੂ ਕਰ ਦਿੱਤਾ ਗਿਆ। ਤਾਂ ਜਥੇਬੰਦੀ ਨੇ ਕਿਸਾਨਾਂ ਦਾ ਪੱਖ ਲਿਆ ਅਤੇ ਕਿਸਾਨਾਂ ਨੇ ਫੈਸਲਾ ਕੀਤਾ ਕਿ ਜੱਦੀ ਪੁਸ਼ਤੀ ਇਹ ਕਾਬਜ਼ ਜ਼ਮੀਨ ਜਿਹੜਾ ਉਹਨਾਂ ਨੂੰ ਮਰੱਬੇਬੰਦੀ ਵਿਭਾਗ ਨੇ ਬਤੌਰ ਮਾਲਕ ਸੌਂਪੀ ਹੋਈ ਹੈ, ਇਹ ਕੋਈ ਪੰਚਾਇਤੀ ਜ਼ਮੀਨ ਨਹੀਂ ਹੈ, ਇਹ ਕਿਸਾਨਾਂ ਦੇ ਉੱਤੋਂ ਕੱਟੀ ਹੋਈ ਬਚਤ ਜ਼ਮੀਨ ਦੇ ਵਿੱਚੋਂ, ਕਿਉਂਕਿ ਇਹਦੇ ਤੱਥ ਨੇ, ਸਬੂਤ ਨੇ। ਆ ਜਮ੍ਹਾਂਬੰਦੀ ਆ ਉਸ ਸਮੇਂ ਦੀ, ਜੁਮਲਾ ਮੁਸ਼ਤਰਕਾ ਮਾਰਕਲ 399 ਕਨਾਲ 18 ਮਰਲੇ ਦੀ ਇਹ ਜਮ੍ਹਾਂਬੰਦੀ ਹੈ। 1970 ਦੇ ਵਿੱਚ ਗਲਤ ਇੰਦਰਾਜ ਕਰਕੇ ਜਿਹੜਾ ਇੰਤਕਾਲ ਨੰਬਰ 6690 ਤੇ 6691 ਦੇ ਤਹਿਤ 1200 ਕਨਾਲ ਜ਼ਮੀਨ ਪੰਚਾਇਤ ਦੇ ਨਾਂ ਤਬਦੀਲ ਕੀਤੀ ਜਾਣੀ ਸੀ, ਉਸ ਦੇ ਨਾਲ ਇਹ 399 ਕਨਾਲ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ, ਜਦੋਂ ਕਿ ਇੰਤਕਾਲ ਦੇ ਵਿੱਚ 399 ਕਨਾਲ ਦਾ ਕੋਈ ਇੰਦਰਾਜ ਨਹੀਂ, ਕੋਈ ਇਹਦਾ ਖਸਰਾ ਨੰਬਰ ਨਹੀਂ ਆਉਂਦਾ, ਕੋਈ ਇਹਦਾ ਖੇਵਟ ਨੰਬਰ ਨਹੀਂ ਆਉਂਦਾ, ਕੋਈ ਮਰੱਬਾ ਨੰਬਰ ਨਹੀਂ ਆਉਂਦਾ। ਇਹ ਸਾਰੀ ਜ਼ਮੀਨ ਇੰਤਕਾਲਾਂ ਤੋਂ ਪੰਚਾਇਤ ਦੀ ਮਾਲਕੀ ਤੋਂ ਬਾਹਰ ਹੈ। ਪਰੰਤੂ ਪੰਚਾਇਤ ਦੀ ਮਾਲਕੀ ਦੇ ਵਿੱਚ ਇਹਨੂੰ 1970 ਦੇ 4 ਸਾਲੇ ਦੇ ਵਿੱਚ ਪਟਵਾਰੀ ਨੇ ਗਲਤ ਤੌਰ ਤੇ ਦਰਜ ਕਰ ਦਿੱਤਾ ਗਿਆ, ਜਿਹਦੀ ਫਰਦ ਬਦਰ ਬਣਾਉਣ ਵਾਸਤੇ ਕਿਸਾਨਾਂ ਨੇ ਬੜੀ ਚਾਰਾਜੋਈ ਕੀਤੀ। ਅੱਜ ਵੀ ਉਹ ਫਰਦ ਬਦਲ ਜਿਹੜੀ ਹੈ ਪਟਵਾਰੀ ਦੇ ਰੋਜ਼ਨਾਮਚੇ ਦੇ ਵਿੱਚ ਦਰਜ ਪਈ ਹੈ। ਪਟਵਾਰੀ ਨੇ ਰੋਜ਼ਨਾਮਚੇ ਦੇ ਵਿੱਚ ਇਹ ਰਿਪੋਰਟ ਕੀਤੀ ਹੋਈ ਹੈ ਕਿ ਇਹ ਫਰਦ ਬਦਲ ਬਣਾ ਕੇ ਇਸ ਨੂੰ ਜੁਮਲਾ ਮੁਸ਼ਤਰਕਾ ਮਾਲਕਣ ਖੇਵਟਦਾਰਾਂ ਦੀ ਜ਼ਮੀਨ ਹੀ ਸਮਝਿਆ ਜਾਵੇ। ਇਹ ਪੰਚਾਇਤ ਦੇ ਖਾਤੇ ਦੇ ਵਿੱਚ ਗਲਤ ਅਮਲ ਦਰਾਮਦ ਹੋਇਆ ਹੈ, ਜਿਸ ਨੂੰ ਤਬਦੀਲ ਕੀਤਾ ਜਾਣਾ ਬਾਕੀ ਹੈ। ਪਰ ਰਾਜਸੀ
ਸ਼ਾਇਦ ਕਾਰਨ ਰਾਜਸੀ ਦਬਾਅ ਕਾਰਨ ਜਿਹੜਾ ਤਹਿਸੀਲਦਾਰ ਬਰੇਟਾ ਹੈ ਕੋਈ ਵੀ, ਨੰਬਰ 1 ਤਾਂ ਤਹਿਸੀਲ ਬਰੇਟਾ ਦੇ ਵਿੱਚ ਕੋਈ ਤਹਿਸੀਲਦਾਰ ਟਿਕਦਾ ਨਹੀਂ, ਸਿਆਸੀ ਦਖਲਅੰਦਾਜ਼ੀ ਬਹੁਤ ਹੈ, ਤੇ ਉਹ ਅਜਿਹੇ ਫੈਸਲੇ ਫਰਦ ਬਦਰ ਦੇ ਫੈਸਲੇ ਕਰਨ ਤੋਂ ਆਨਾਕਾਨੀ ਕਰ ਰਹੇ ਨੇ ਤੇ ਟਾਲ ਮਟੋਲ ਕਰ ਰਹੇ ਨੇ, ਉਹਦੇ ਉੱਤੇ ਸਾਈਨ ਨਹੀਂ ਕਰ ਰਹੇ, ਨਹੀਂ ਇਹ ਪੰਚਾਇਤ ਦੇ ਖਾਨੇ ਦੇ ਵਿੱਚੋਂ ਬਾਹਰ ਵਾਲੀ ਜ਼ਮੀਨ ਹੈ। ਨੰਬਰ 2, ਉਸ ਸਮੇਂ ਦੀ ਪੰਚਾਇਤ ਸਰਦਾਰ ਨਰਿੰਜਨ ਸਿੰਘ ਸਰਪੰਚ ਕਾਰਵਾਈ ਪੰਚਾਇਤ, ਇਹ ਕਾਰਵਾਈ ਪੰਚਾਇਤ ਹੈ ਜਿਹਦੀ ਨਕਲ ਹੈ ਮੇਰੇ ਕੋਲ। ਤੱਥ ਦੱਸਦੇ ਨੇ 2/11/1970 ਦੇ ਵਿੱਚ ਰੈਜੂਲੇਸ਼ਨ ਪਾਇਆ ਹੋਇਆ। ਰੈਜੂਲੇਸ਼ਨ ਬੋਲਦਾ ਹੈ ਕਿ ਗ੍ਰਾਮ ਪੰਚਾਇਤ ਦੀ ਮੀਟਿੰਗ ਆਮ ਇਕੱਠ ਦੇ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਜਾਂਦਾ ਹੈ ਕਿ ਪੰਚਾਇਤੀ ਬਚਤ ਵਾਲਾ ਟੱਕ ਅਤੇ ਆਬਾਦੀ ਬਚਤ ਵਾਲਾ ਟੱਕ ਸਾਬਕਾ ਹਿੱਸੇਦਾਰਾਂ ਜਿਹੜੇ ਪੁਰਾਣੇ ਮਾਲਕ ਸੀ ਉਹਨਾਂ ਨੂੰ ਹਿੱਸੇ ਮੁਤਾਬਕ ਤਕਸੀਮ ਕਰ ਦਿੱਤੀ ਹੈ, ਇਹ ਪੰਚਾਇਤ ਦਾ ਮਤਾ ਕਹਿੰਦਾ ਹੈ, ਤੇ ਕਬਜ਼ੇ ਸਭ ਨੇ ਸੰਭਾਲ ਲਏ ਹਨ, ਅਤੇ ਜੇ ਕਿਸੇ ਜ਼ਮੀਨ ਵਿੱਚ ਫਸਲ ਵਗੈਰਾ ਹੋਵੇਗੀ ਤਾਂ ਪੰਚਾਇਤ ਇਸ ਦਾ ਫੈਸਲਾ ਕਰਾਵੇਗੀ। ਨੋਟ, ਬਚਤ ਦੀ ਇਹ ਜ਼ਮੀਨ ਮਰੱਬਾਬੰਦੀ ਮਹਿਕਮਾ ਨੇ ਤਕਸੀਮ ਕੀਤੀ ਹੈ ਅਤੇ ਹਰ ਮਾਲਕ ਨੂੰ ਆਪ ਨਿਸ਼ਾਨਦੇਹੀ ਕਰਕੇ ਜ਼ਮੀਨ ਦਿੱਤੀ ਹੈ। ਜੋ ਕਿ ਕਿਸੇ ਨੂੰ ਇਤਰਾਜ਼ ਹੋਵੇ ਤਾਂ ਅਪੀਲ ਰਾਹੀਂ ਉਜਰ ਕਰ ਸਕਦਾ ਹੈ। ਇਹ ਪੰਚਾਇਤ ਗ੍ਰਾਮ ਸਭਾ ਦਾ ਲੋਕਲ ਬਾਡੀ ਦਾ ਫੈਸਲਾ ਹੈ ਤੇ ਮਤਾ ਇਹ ਕਾਰਵਾਈ ਦੇ ਵਿੱਚ ਦਰਜ ਹੈ। ਜਿਹੜਾ ਅੱਜ ਕਹਿੰਦੇ ਨੇ ਇਹ ਪੰਚਾਇਤੀ ਜ਼ਮੀਨ ਹੈ, ਪੰਚਾਇਤ ਨੇ ਆਪ ਮਰੱਬੇਬੰਦੀ ਵਿਭਾਗ ਨਾਲ ਸਹਿਮਤ ਹੋ ਕੇ ਕਿਸਾਨਾਂ ਨੂੰ ਤਕਸੀਮ ਕੀਤੀ ਜ਼ਮੀਨ ਦੇ ਉੱਤੇ ਮੋਹਰ ਲਾਈ ਹੈ, ਆਮ ਭਰੇ ਲੋਕਾਂ ਦੇ ਇਕੱਠ ਦੇ ਵਿੱਚ ਲਾਈ ਹੈ। ਉਸੇ ਪੰਚਾਇਤ ਦਾ ਉਸ ਤੋਂ 1 ਸਾਲ ਪਹਿਲਾਂ ਦਾ ਮਤਾ 1969 ਦਾ, ਜਿਹਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਇਸ ਜੁਮਲਾ ਮਾਲਕਣ ਜ਼ਮੀਨ ਦੇ ਵਿੱਚ ਅਰਨਿੰਗ ਸਕੀਮ ਦੇ ਤਹਿਤ ਸਰਕਾਰ ਨੇ 2 ਟਿਊਬਵੈੱਲ ਲਾਏ, ਜਿਸ ਦਾ ਕਰਜ਼ਾ 4750 ਰੁਪਏ ਖਜ਼ਾਨੇ ਦੇ ਵਿੱਚ ਕਿਸਾਨਾਂ ਵੱਲੋਂ ਭਰਿਆ ਗਿਆ। ਇਹ ਪੰਚਾਇਤ ਦੇ ਮਤੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਟਿਊਬਵੈੱਲਾਂ ਦਾ ਇੰਜਣਾਂ ਦਾ ਸਟਾਕ ਪੰਚਾਇਤ ਦੇ ਖਾਤੇ ਦੇ ਵਿੱਚੋਂ ਖਾਰਜ ਕਰਕੇ ਲੋਕਾਂ ਨੂੰ ਸੌਂਪਿਆ ਗਿਆ, ਕਿਉਂਕਿ ਪੈਸੇ ਲੋਕਾਂ ਨੇ ਭਰੇ, ਕਬਜ਼ੇ ਲੋਕਾਂ ਨੂੰ ਮਰੱਬਾਬੰਦੀ ਵਿਭਾਗ ਪੰਚਾਇਤ ਦੀ ਸਹਿਮਤੀ ਨਾਲ ਦਿੱਤੇ ਗਏ। ਕੋਈ ਕਿਸਾਨਾਂ ਨੇ ਨਜਾਇਜ਼ ਕਬਜ਼ਾ ਨਹੀਂ ਕੀਤਾ, ਇਹ ਲੀਗਲ ਤੌਰ ਤੇ ਜਾਇਜ਼ ਕਬਜ਼ਾ ਕਿਸਾਨਾਂ ਦਾ ਸੀ। ਜਦੋਂ ਕਿ 1970 ਦੇ ਵਿੱਚ ਬਣਨ ਵਾਲੇ 4 ਸਾਲੇ ਦੇ ਵਿੱਚ ਕਿਸਾਨਾਂ ਦੀ ਮਾਲਕੀ ਦਾ ਅਮਲ ਦਰਾਮਦ ਹੋਣਾ ਚਾਹੀਦਾ ਸੀ, ਮਾਲ ਮਹਿਕਮੇ ਨੇ ਨਹੀਂ ਕੀਤਾ। ਇਸ ਕਰਕੇ ਉਸ ਦਾ ਫਾਇਦਾ ਉਠਾ ਕੇ ਅੱਜ ਦੀ ਜਮ੍ਹਾਂਬੰਦੀ ਦੇ ਵਿੱਚ ਇਹ ਜ਼ਮੀਨ 399 ਕਨਾਲ 18 ਮੰਨ ਲਏ, ਜਿਹੜਾ ਕਿਸੇ ਵੀ ਇੰਤਕਾਲ ਦੇ ਤਹਿਤ ਪੰਚਾਇਤ ਦੀ ਮਾਲਕੀ ਨਹੀਂ ਬਣੀ, ਪਰੰਤੂ ਮਾਲਕੀ ਖਾਨੇ ਦੇ ਵਿੱਚ ਪੰਚਾਇਤ ਨੂੰ ਗਲਤ ਤੌਰ ਤੇ ਦਰਜ ਕੀਤਾ ਹੋਇਆ, ਜਿਹਦਾ ਫਾਇਦਾ ਉਠਾ ਕੇ ਪੰਜਾਬ ਦੀ ਸਰਕਾਰ, ਪੰਚਾਇਤੀ ਮਹਿਕਮਾ ਅਤੇ ਭੂ ਮਾਫੀਆ ਗਰੋਹ ਕਿਸਾਨਾਂ ਤੋਂ ਸਿੱਧੇ ਤੌਰ ਤੇ ਜ਼ਮੀਨ ਖੋਹ ਰਹੇ ਨੇ, ਜਿਹਨੂੰ ਜ਼ਮੀਨ ਨੂੰ ਬਚਾਉਣ ਵਾਸਤੇ ਕਿਸਾਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ। ਜਿਹੜਾ ਦੂਸਰਾ ਫੌਜਦਾਰੀ ਪੱਖ ਹੈ, ਸਰਕਾਰ ਦੀ ਸ਼ਹਿ ਦੇ ਉੱਤੇ, ਪੁਲਿਸ ਦੀ ਸ਼ਹਿ ਦੇ ਉੱਤੇ ਸਰਪੰਚ ਦੇ ਗੁੰਡਾ ਗਰੋਹਾਂ ਦੇ ਵੱਲੋਂ ਕਿਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਨੇ। ਆਹ 2 FIRਾਂ ਨੇ ਸਾਡੇ ਕੋਲ। 2 FIRਾਂ ਦੇ ਵਿੱਚ ਇੱਕ ਵੀ ਗ੍ਰਿਫਤਾਰੀ ਕਿਸਾਨਾਂ ਤੇ ਹਮਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ, ਕਿਸੇ ਗੁੰਡਾ ਗਰੋਹ ਦੀ ਨਹੀਂ ਕੀਤੀ ਗਈ। ਇਸ ਤੋਂ ਬਿਨਾਂ 307 ਦਾ ਪਰਚਾ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਹੀਂ ਕੀਤੀ ਗਈ। ਇਸ ਕਰਕੇ ਅਸੀਂ ਇਸ ਜਿਹੜਾ ਕਿਸਾਨਾਂ ਦੀ ਆਵਾਜ਼ ਕੀਤੀ, ਖੁਦ ਮਾਲਕ ਨੇ ਅਤੇ ਬਤੌਰ ਮਾਲਕ ਉਹਨਾਂ ਦੇ ਹਿੱਸੇ ਆਉਂਦੀ ਜ਼ਮੀਨ ਮਰੱਬਾਬੰਦੀ ਵਿਭਾਗ ਨੇ ਖੁਦ ਕਿਸਾਨਾਂ ਨੂੰ ਵਾਪਸ ਕੀਤੀ ਹੈ, ਜਿਹੜੀ ਉਹਨਾਂ ਤੋਂ ਕੱਟੀ ਹੋਈ ਸੀ। ਇਹਦਾ ਪੰਚਾਇਤ ਨਾਲ ਕੋਈ ਲਾਗਾ ਦੇਗਾ ਨਹੀਂ। ਇਸ ਕਰਕੇ ਇਹ ਜ਼ਮੀਨ ਕਿਸਾਨਾਂ ਪਾਸ ਹੀ ਰਹਿਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਹਮਖਿਆਲ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਸੰਘਰਸ਼ ਹੈ ਜਿਹੜਾ ਲੜ ਰਹੀ ਹੈ। 23/10/2023 ਨੂੰ ਪੰਚਾਇਤੀ ਧਿਰ ਸਰਪੰਚ ਨੇ ਆਪਣੇ ਬਾਹਰਲੇ ਪਿੰਡਾਂ ਤੋਂ ਜਰ ਖਰੀਦ ਗੁੰਡੇ ਬੁਲਾ ਕੇ ਖੇਤ ਵਿੱਚ ਜਾ ਕੇ ਕਿਸਾਨਾਂ ਤੇ ਸਿੱਧਾ ਹਮਲਾ ਕੀਤਾ ਗਿਆ। ਕਿਸਾਨ ਸੀਤਾ ਸਿੰਘ ਦੇ ਉੱਤੇ ਗੱਡੀ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ, ਜੋ ਅਜੇ ਤੱਕ ਵੀ ਨਾ ਚੱਲਦਾ ਹੋਇਆ
ਉਸ ਦਾ ਜਿਹੜਾ 70 ਸਾਲ ਦੀ ਉਮਰ ਹੈ ਤੇ ਉਹ ਨਕਾਰਾ ਹੋ ਚੁੱਕਿਆ ਹੈ। 307 ਦਾ ਵੀ ਪਰਚਾ ਬਣਦਾ ਹੈ, 308 ਦਾ ਵੀ ਪਰਚਾ ਬਣਦਾ ਹੈ, ਪਰ ਕੋਈ ਧਾਰਾ ਉਸ ਹਮਲਾਵਰ ਧਿਰ ਦੇ ਉੱਤੇ ਪੁਲਿਸ ਵਿਭਾਗ ਨੇ ਨਹੀਂ ਲਾਈ। ਗ੍ਰਿਫਤਾਰੀ ਤਾਂ ਬਹੁਤ ਦੂਰ ਦੀ ਗੱਲ ਹੈ। ਉਲਟਾ ਹੋਇਆ ਕਿ ਜੇ ਕਿਸਾਨ ਆਪਦੀ ਜ਼ਮੀਨ ਦੇ ਵਿੱਚ ਕਬਜ਼ਾ ਰੱਖਣਾ ਚਾਹੁੰਦੇ ਨੇ ਤਾਂ ਭੂ ਮਾਫੀਆ ਗਰੋਹ ਦੇ ਬੰਦੇ ਲਿਜਾ ਕੇ ਉਹਨਾਂ ਦੀਆਂ ਮੋਟਰਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਮੋਟਰਾਂ ਦੀਆਂ ਤਾਰਾਂ ਵੱਢ ਦਿੱਤੀਆਂ ਗਈਆਂ, ਉਹਨਾਂ ਨੂੰ ਜ਼ਮੀਨ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਟਰੈਕਟਰ ਤੇ ਹੋਰ ਸੰਦ ਸਾਧਨ ਨੇ ਜਿਹੜਾ ਉਹ ਜ਼ਬਤ ਕਰੀ ਬੈਠਾ ਹੈ। ਅਜੇ ਤੱਕ ਉਹਨਾਂ ਨੂੰ ਵਾਪਸ ਨਹੀਂ ਕੀਤੇ 4 ਮਹੀਨਿਆਂ ਤੋਂ ਲੈ ਕੇ। ਪਰੰਤੂ ਪੁਲਿਸ ਪ੍ਰਸ਼ਾਸਨ ਜਿਹੜਾ ਡੀਸੀ ਮਾਨਸਾ, ਐਸਐਸਪੀ ਮਾਨਸਾ, ਡੀਡੀਪੀਓ ਮਾਨਸਾ, ਏਡੀਸੀ ਮਾਨਸਾ, ਉਹਨਾਂ ਦੀ ਹਾਜ਼ਰੀ ਦੇ ਵਿੱਚ ਡੀਸੀ ਸਾਹਿਬ ਖੁਦ ਇਸ ਗੱਲ ਨੂੰ ਤਸਲੀਮ ਕੀਤਾ ਉਹਨਾਂ ਨੇ ਕਿ ਤੁਹਾਡਾ ਪੱਖ ਕਾਫੀ ਮਜ਼ਬੂਤ ਹੈ, ਮੈਂ ਤੁਹਾਡੇ ਨਾਲ ਨਿੱਜੀ ਤੌਰ ਤੇ ਸਹਿਮਤ ਹਾਂ। ਪਰੰਤੂ ਇਹ ਕੋਈ ਪਤਾ ਨਹੀਂ ਵੀ ਅੜਿੱਕਾ ਕਿਸ ਗੱਲ ਦਾ ਹੈ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਫੈਸਲੇ ਨਹੀਂ ਕੀਤੇ ਜਾ ਰਹੇ। ਜਥੇਬੰਦੀ ਵੱਲੋਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਨੂੰ ਇਨਸਾਫ ਦਿਵਾਉਣ ਲਈ, ਗੱਡੀਆਂ ਚੜਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਦੇ ਲਈ, ਕਿਸਾਨਾਂ ਦੇ ਉੱਤੇ ਜ਼ਮੀਨ ਦਾ ਮਾਲਕੀ ਹੱਕ ਬਹਾਲ ਕਰਾਉਣ ਲਈ, ਉਹਨਾਂ ਦਾ ਕਬਜ਼ਾ ਬੇਦਖਲ ਕਰਨ ਤੋਂ ਰੋਕਣ ਦੇ ਲਈ ਲਗਾਤਾਰ 6 ਜਨਵਰੀ ਤੋਂ ਕੜਾਕੇ ਦੀ ਠੰਡ ਦੇ ਵਿੱਚ ਡੀਐਸਪੀ ਦਫ਼ਤਰ ਬੁਢਲਾਡਾ ਦੇ ਵਿੱਚ ਮੋਰਚਾ ਮੱਲਿਆ ਹੋਇਆ ਹੈ ਤੇ ਜਥੇਬੰਦੀ ਸੰਘਰਸ਼ ਕਰ ਰਹੀ ਹੈ। ਪਰੰਤੂ ਸੋਸ਼ਲ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਦੂਸਰੀ ਜਿਹੜੀ ਧਿਰ ਹੈ ਉਸ ਦੇ ਗਲਤ ਦਾਅਵਿਆਂ ਨੂੰ ਗਲਤ ਤੌਰ ਤੇ ਜਿਹੜਾ ਪੇਸ਼ਕਾਰੀ ਕੀਤਾ ਜਾ ਰਹੀ ਹੈ, ਉਹਦੇ ਉੱਤੇ ਕਿਸੇ ਵੀ ਚੈਨਲ ਦੇ ਉੱਤੇ, ਕਿਸੇ ਵੀ ਸੱਥ ਦੇ ਵਿੱਚ ਅਸੀਂ ਸਾਹਮਣੇ ਬਹਿ ਕੇ ਤੱਥਾਂ ਸਹਿਤ, ਪ੍ਰੂਫਾਂ ਸਹਿਤ ਬਹਿਸ ਕਰਨ ਨੂੰ ਤਿਆਰ ਹਾਂ। ਜੇ ਕੋਈ ਇਸ ਪੰਚਾਇਤੀ ਜ਼ਮੀਨ ਸਾਬਤ ਕਰੇ, ਕਿਸਾਨਾਂ ਦਾ ਕਬਜ਼ਾ ਨਜਾਇਜ਼ ਸਾਬਤ ਕਰੇ ਤਾਂ ਅਸੀਂ ਦੇਣਦਾਰ ਹੋਵਾਂਗੇ ਅਤੇ ਅਸੀਂ ਪੰਜਾਬ ਵਾਸੀਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਇਨਸਾਫ ਪਸੰਦ ਜਥੇਬੰਦੀਆਂ ਨੂੰ, ਸਾਰੀਆਂ ਹੀ ਧਿਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਸਟੈਂਡ ਲਿਆ ਜਾਵੇ। ਇਸ ਸੰਘਰਸ਼ ਦੀ ਪੁਰਜ਼ੋਰ ਆਮ ਲੋਕਾਂ ਵੱਲੋਂ ਤੇ ਸਾਰੇ ਇਨਸਾਫ ਪਸੰਦ ਸੰਸਥਾਵਾਂ ਦੇ ਵੱਲੋਂ ਹਮਾਇਤ ਕੀਤੀ ਜਾਵੇ ਅਤੇ ਜੋ ਸਰਕਾਰੀ ਧਿਰ ਹੈ, ਸਰਕਾਰ ਕਬਜ਼ੇ ਛਡਾਉਣ ਦੇ ਨਾਂ ਦੇ ਉੱਤੇ, ਨਜਾਇਜ਼ ਕਬਜ਼ੇ ਦੂਰ ਕਰਾਉਣ ਦੇ ਨਾਂ ਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਭੂ ਮਾਫੀਆ ਗਰੋਹ ਨੇ ਜਿਹੜੇ ਉਹ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਨੇ। ਉਹਦਾ ਤੱਥ ਇਹ ਹੈ ਕਿ ਬਿਨਾਂ ਕਬਜ਼ਾ ਵਾਰੰਟ ਤੋਂ ਕਿਸਾਨਾਂ ਤੋਂ ਕਬਜ਼ਾ ਲਏ ਤੋਂ ਬਗੈਰ ਹੀ ਡਮੀ ਬੋਲੀ ਕਰ ਦਿੱਤੀ ਗਈ, ਨਜਾਇਜ਼ ਬੋਲੀ ਕਰ ਦਿੱਤੀ ਗਈ ਜ਼ਮੀਨ ਦੀ ਆਪਦੇ ਚਹੇਤਿਆਂ ਦੇ ਨਾਂ ਤੇ। ਜਦੋਂ ਕਿਸੇ ਕਬਜ਼ਾ ਵਾਰੰਟ ਦੇ ਤਹਿਤ ਕਬਜ਼ਾ ਲਿਆ ਹੀ ਨਹੀਂ ਗਿਆ ਤਾਂ ਬੋਲੀ ਕਿਸ ਗੱਲ ਦੀ ਕੀਤੀ ਗਈ। ਪਰੰਤੂ ਫਿਰ ਵੀ ਬਹੁਤ ਸਾਰੇ 2-3 ਬੋਲੀਕਾਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸਾਤੋਂ ਗਲਤ ਕਰਵਾਇਆ ਜਾ ਰਿਹਾ, ਉਹਨਾਂ ਨੇ ਅਨਾਉਂਸਮੈਂਟ ਕਰਕੇ ਆਪਣੀ ਬੋਲੀ ਹੈ ਜਿਹੜੀ ਉਹ ਕੈਂਸਲ ਕਰਵਾ ਦਿੱਤੀ, ਵਾਪਸ ਲੈ ਲਈ ਗਈ ਤੇ ਕਿਹਾ ਕਿ ਸਾਡਾ ਇਸ ਬੋਲੀ ਨਾਲ ਕੋਈ ਸੰਬੰਧ ਨਹੀਂ। ਪਰ ਫਿਰ ਵੀ 2-3 ਟੱਕਾਂ ਦੀ ਕੋਈ ਵੀ ਬੋਲੀ ਕਿਸੇ ਵੀ ਚਕੋਤੇਦਾਰ ਦੇ ਨਾਂ ਤੇ ਟੁੱਟਣ ਤੋਂ ਬਿਨਾਂ ਹੀ ਸਿੱਧੇ ਤੌਰ ਤੇ ਗੈਰ ਕਾਨੂੰਨੀ ਢੰਗ ਨਾਲ ਟਰੈਕਟਰ ਫੇਰ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਮੋਟਰਾਂ ਨੂੰ ਧੱਕੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਤਾਰਾਂ ਵੱਢੀਆਂ ਜਾ ਰਹੀਆਂ ਨੇ ਤੇ ਜੇ ਕੋਈ ਲੇਬਰ ਕੰਮ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਕੁੱਟ ਕੇ ਭਜਾਇਆ ਜਾ ਰਿਹਾ ਹੈ। ਸੋ ਇਸ ਕਰਕੇ ਜਿਹੜੀ ਇਹ ਗੁੰਡਾਗਰਦੀ ਹੈ ਸਰਕਾਰ ਦੀ ਸ਼ਹਿ ਤੇ ਕੀਤੀ ਜਾ ਰਹੀ ਹੈ, ਇਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਰੀਆਂ ਧਿਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਠੋਸ ਸਟੈਂਡ ਲਿਆ ਜਾਵੇ ਅਤੇ ਜੋ ਗਲਤ ਤੱਥਾਂ ਦੇ ਆਧਾਰ ਤੇ ਸਰਕਾਰ ਦਾ ਪੱਖ ਪੂਰਨ ਵਾਲੇ ਕਈ ਬਿਨਾਂ ਮਤਲਬ ਤੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੀ ਪੁਰਜ਼ੋਰ ਅਸੀਂ ਨਿਖੇਧੀ ਵੀ ਕਰਦੇ ਹਾਂ ਤੇ ਉਹਨਾਂ ਨੂੰ ਦਰਕਿਨਾਰ ਕਰਕੇ ਕਿਸਾਨਾਂ ਦਾ ਪੱਖ ਲਿਆ ਜਾਵੇ ਅਤੇ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਜਾਵੇ। ਆਮ ਆਦਮੀ ਪਾਰਟੀ ਦੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ, ਉਹ ਕਿਸੇ ਵੀ ਵਿਰੋਧੀ ਆਵਾਜ਼ ਨੂੰ ਬੰਦ ਕਰਾਉਣ ਤੇ ਤੁਲੀ ਹੋਈ ਹੈ ਅਤੇ ਕੋਈ ਵੀ ਇਨਸਾਫ ਦੀ ਗੁਹਾਰ ਇਹਨਾਂ ਨੂੰ ਸੁਣਾਈ ਨਹੀਂ ਦਿੰਦੀ। ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ 12 ਤਰੀਕ ਨੂੰ ਸਾਰੇ ਮਾਲਵੇ ਦੇ 13 ਜ਼ਿਲ੍ਹਿਆਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਲੋਂ ਕਈ ਹੋਰ ਕਿਸਾਨ ਧਿਰਾਂ ਦੀ ਹਮਾਇਤ ਦੇ ਨਾਲ ਸਾਰੇ ਹੀ ਐਮਐਲਏਆਂ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਰਕਾਰ ਤੋਂ ਮੰਗ ਕੀਤੀ ਜਾਊਗੀ ਕਿ ਕਿਸਾਨਾਂ ਦੇ ਜ਼ਮੀਨ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ, ਉਹਨਾਂ ਦੀ ਜ਼ਮੀਨ ਤੋਂ ਬੇਦਖਲੀ ਬੰਦ ਕੀਤੀ ਜਾਵੇ, ਕਿਸਾਨਾਂ ਤੇ ਹਮਲਾਵਰ ਦੋਸ਼ੀਆਂ ਨੂੰ ਫੜ ਕੇ ਸੀਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਉੱਤੇ ਪਾਏ ਹੋਏ ਝੂਠੇ ਕੇਸ ਨੇ ਜਿਹੜੇ ਉਹ ਰੱਦ ਕੀਤੇ ਜਾਣ। ਤੇ ਉਸ ਤੋਂ ਬਾਅਦ ਜਥੇਬੰਦੀ ਨੇ 14 ਤਰੀਕ ਨੂੰ ਸੂਬਾ ਪੱਧਰੀ ਮੀਟਿੰਗ ਬੁਲਾ ਕੇ
ਅਗਲੀ ਰਣਨੀਤੀ ਘੜਨ ਦਾ ਵੀ ਫੈਸਲਾ ਕੀਤਾ ਹੋਇਆ ਹੈ। ਸੋ ਸਾਰੇ ਕਿਸਾਨ ਭਰਾਵਾਂ ਨੂੰ, ਜਥੇਬੰਦੀ ਦੇ ਕਾਰਕੁਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਘੋਲ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਯੋਗਦਾਨ ਪਾ ਕੇ ਇਸ ਨੂੰ ਅੰਤਮ ਜਿੱਤ ਤੱਕ ਪਹੁੰਚਾਇਆ ਜਾਵੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।